ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ ਤੇ ਕਹਿੰਦੇ ਨੇ ਮੈਂ ਅਕੇਲਾ ਹੀ ਚਲਾ ਥਾ ਜਨਾਬੇ मंजिल मैं अकेला ही चला था जनाबे मंजिल मगर लोग जुड़ते गए और काफिला बनता गया ਤੇ ਅੱਜ ਉਸ ਸ਼ਖਸੀਅਤ ਦੇ ਨਾਲ ਗੱਲ ਕਰਦੇ ਆ ਜਿਹੜੇ ਰਾਜਸਥਾਨ ਤੋਂ ਚੱਲੇ ਸੀ ਫਿਰ ਕੈਨੇਡਾ ਆਏ ਕੈਲਗਰੀ ਤੋਂ ਬਾਅਦ ਸਰੀ ਦੇ ਵਿੱਚ ਆਏ ਤੇ ਸਰੀ ਦੇ ਵਿੱਚ ਆ ਕੇ ਇੱਕ ਅਜਿਹੀ ਸ਼ਖਸੀਅਤ ਬਣ ਗਏ ਜਿਹਨੂੰ ਹਰ ਕੋਈ ਜਾਣਦਾ ਇੱਕ ਵੈਲ ਨੋਨ ਹੋਸਟ ਹੈਗੇ ਆ ਸਾਡੇ ਪਰਿਵਾਰ ਦਾ ਹੀ ਹਿੱਸਾ ਹੈਗੇ ਨੇ ਤੇ ਉਸ ਤੋਂ ਪਹਿਲਾਂ ਪ੍ਰੋਫੈਸਰ ਰਹੇ ਨੇ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਫਾਈਨੈਂਸ਼ੀਅਲ ਐਡਵਾਈਜ਼ਰ ਬਣ ਗਏ ਤੇ ਇੱਕੋ ਕੰਪਨੀ ਦੇ ਨਾਲ ਕੰਮ ਕਰਦੇ ਉਹਨਾਂ ਨੂੰ ਹੋ ਗਏ ਨੇ 31 ਸਾਲ ਕੈਨ ਯੂ ਬਿਲੀਵ 31 ਸਾਲ ਕਹਿਣੇ ਸੌਖੇ ਇਟਸ ਅ ਲੌਂਗ ਜਰਨੀ ਸੋ ਉਹ ਜਰਨੀ ਅਜੇ ਵੀ ਚੱਲ ਰਹੀ ਹੈ ਕਿਉਂਕਿ ਜਦੋਂ ਇੱਕ ਜਰਨੀ ਚੱਲਦੀ ਜਾਵੇ ਤਾਂ ਫਿਰ ਇੱਕ ਪੜਾਅ ਦੇ ਉੱਤੇ ਆ ਕੇ ਉਹ ਸਫ਼ਰਨਾਮਾ ਬਣ ਜਾਂਦਾ ਅੱਜ ਅਜਿਹੀ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਐਕਸਪੀਰੀਅੰਸ ਬਾਰੇ ਜਾਣਾਂਗੇ 31 ਸਾਲ ਦੇ ਤਜਰਬੇ ਬਾਰੇ ਜਾਣਾਂਗੇ ਕਮਿਊਨਿਟੀ ਦੇ ਵਿੱਚ ਉਹਨਾਂ ਦੀ ਜੋ ਲਗਾਵ ਹੈ ਲੋਕ ਉਹਨਾਂ ਨੂੰ ਜਾਣਦੇ ਨੇ ਉਸ ਬਾਰੇ ਜਾਣਾਂਗੇ ਤੇ ਤੁਸੀਂ ਅੰਦਾਜ਼ਾ ਲਗਾ ਲਿਆ ਹੋਣਾ ਮੈਂ ਕਿਸ ਦੀ ਗੱਲ ਕਰ ਰਹੀ ਹਾਂ ਮੈਂ ਗੱਲ ਕਰ ਰਹੀ ਹਾਂ ਚਰਨਜੀਤ ਸਿੰਘ ਸਿੱਧੂ CJ Sidhu. Let's welcome CJ. CJ, welcome. Thank you Arsh for a kind introduction. Thank you. ਤੇ 31 years in financial company ਜਿਨ ਤੁਸੀਂ ਜਿਹੜਾ financial advisor as ਤੁਸੀਂ ਕੰਮ ਕਰ ਰਹੇ ਹੋ ਸੋ ਸਭ ਤੋਂ ਪਹਿਲਾਂ ਦੱਸੋ ਕਿਵੇਂ ਫੀਲ ਹੋ ਰਿਹਾ Oh, very good. I feel so it gone so fast. ਆਪਣੇ Arsh and ਲੱਗਦਾ ਨਹੀਂ ਵੀ 31 ਸਾਲ ਹੋ ਗਏ. And honestly it feels like it happened yesterday. But it was quite a journey. Journey ਜਿਵੇਂ ਤੁਸੀਂ ਕਿਹਾ ਕਿ ਸਫ਼ਰਨਾਮਾ up and down ਜਿਹੜੇ ਆਉਂਦੇ ਰਹਿੰਦੇ ਨੇ ਸੋ ਤੁਹਾਨੂੰ ਜਦੋਂ ਯਾਦ ਆਉਂਦਾ ਹੋਣਾ ਕਿ ਐਨੀਵਰਸਰੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ 31st years with Sun Life Insurance ਦੇ ਨਾਲ ਤੁਸੀਂ ਐਡਵਾਈਜ਼ਰ ਹੈਗੇ ਹੋ ਸੋ ਅਪ ਐਂਡ ਡਾਊਨਸ ਜੋ ਯਾਦ ਆਉਂਦੇ ਆ ਉਹ ਸੈਲੀਬ੍ਰੇਸ਼ਨਸ ਯਾਦ ਆਉਂਦੀਆਂ ਨੇ ਸੋ ਸਾਰਾ ਕੁਝ ਰਿਮਾਈਂਡ ਹੋ ਜਾਂਦਾ ਇੱਕ ਦਿਮਾਗ ਦੇ ਵਿੱਚ ਰਾਈਟ ਸੋ ਕੀ ਮੂਵੀ ਪਲੇ ਹੋ ਜਾਂਦੀ ਹੈ ਕੀ ਕੁਝ ਦਿਮਾਗ ਚ ਆ ਰਿਹਾ ਕਿੱਦਾਂ ਦੇ ਜਿੱਦਾਂ ਦਿਲ ਚ ਵਲਵਲੇ ਆ ਰਹੇ ਨੇ ਕਿ 31 years yeah it's a very positive actually feelings that's true but only the number of years 31 ਸਾਲ ਹੋ ਗਏ ਆ ਪਰ ਮੈਨੂੰ ਹਲੇ ਵੀ ਯਾਦ ਹੈ ਜਦੋਂ ਮਈ ਪਹਿਲੀ 1990 ਚ ਮੈਂ ਇਹ ਕੰਪਨੀ ਨਾਲ ਸ਼ੁਰੂ ਕੀਤਾ ਸੀਗਾ ਆਪਣੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਮੈਂ ਡਿਗਰੀ ਕੈਲਗਰੀ ਤੋਂ ਫਿਨਿਸ਼ ਕਰਕੇ ਵਿਦ ਆਲ ਮਾਈ ਅਦਰ ਐਜੂਕੇਸ਼ਨ ਇਨ ਇੰਡੀਆ ਬੀਇੰਗ ਅ ਪ੍ਰੋਫੈਸਰ ਜਿਵੇਂ ਤੁਸੀਂ ਕਿਹਾ ਆ ਐਂਡ ਫਿਰ ਇੱਥੇ ਆ ਕੇ ਫਿਰ ਉਹਨਾਂ ਟਾਈਮਾਂ ਚ ਅੱਜ ਤੋਂ 35 ਸਾਲ ਪਹਿਲਾਂ ਤੁਹਾਨੂੰ ਆਪਦੇ ਅਪਗ੍ਰੇਡ ਕਰਨੇ ਪੈਂਦੇ ਸੀ ਕ੍ਰੈਡੈਂਸ਼ੀਅਲ ਸੋ ਆਈ ਡਿਡ ਅ ਡਿਗਰੀ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ ਫਿਰ ਇੱਥੇ ਆ ਕੇ ਮਾਈ ਰੀਅਲ ਜੌਬ ਇਨ ਕੈਨੇਡਾ ਇਜ਼ ਵਿਦ ਸਨ ਲਾਈਫ ਓ ਨਾਈਸ ਬਾਕੀ ਆਉਣ ਤੋਂ ਪਹਿਲਾਂ ਜਿਵੇਂ ਕਹਿੰਦੇ ਐਜ਼ ਅ ਨਿਊ ਇਮੀਗ੍ਰੈਂਟਸ ਮਜ਼ਦੂਰੀਆਂ ਵੀ ਕੀਤੀਆਂ ਛੋਟੀਆਂ ਮੋਟੀਆਂ ਜੌਬਾਂ ਜਿਹੜਾ ਵੀ ਵਟਐਵਰ ਇਟ ਟੇਕਸ ਮੈਂ ਪੁੱਛੂੰਗੀ ਕਿਹੜੇ ਕੰਮ ਕੀਤੇ ਨੇ ਕਿਉਂਕਿ ਉਹ ਵੀ ਇੱਕ ਸਮਾਂ ਹੁੰਦਾ ਹੈ ਕਿ ਅਸੀਂ ਇੱਥੇ ਵੀ ਕੰਮ ਕੀਤਾ ਉਹ ਚੀਜ਼ਾਂ ਤੁਹਾਨੂੰ ਰਿਮਾਈਂਡ ਹੁੰਦੀਆਂ ਰਹਿੰਦੀਆਂ ਨੇ ਇਹੀ ਚੀਜ਼ਾਂ ਤੁਹਾਨੂੰ ਗਰਾਊਂਡਡ ਵੀ ਰੱਖਦੀਆਂ ਨੇ ਰਾਈਟ ਕਿ ਤੁਸੀਂ ਕਿੱਥੋਂ ਸਟਾਰਟ ਕੀਤਾ ਸੀ ਐਂਡ ਨਾਓ ਤੁਸੀਂ ਕਿਹੜੇ ਲੈਵਲ ਦੇ ਉੱਤੇ ਕਿੱਥੇ ਪਹੁੰਚ ਗਏ ਹੈਗੇ ਪਰ ਜਦੋਂ ਅਸੀਂ ਪ੍ਰੋਫੈਸਰ ਦੇਖਦੇ ਹਾਂ ਤਾਂ ਫਿਰ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਦੇਖਦੇ ਹਾਂ ਸੋ ਕਿਸ ਤਰ੍ਹਾਂ ਚੇਂਜ ਆਇਆ ਐਂਡ ਇਟ ਵਾਸ ਵੈਰੀ ਵੈਲਕਮ ਚੇਂਜ ਉਹਦਾ ਰੀਜ਼ਨ ਇਹ ਸੀਗਾ ਆਈ ਵਾਸ ਟੀਚਿੰਗ economics and financial management and economic administration ਮੇਰੇ ਜਿਹੜੇ ਸਬਜੈਕਟ ਮੈਂ ਟੀਚ ਕਰਦਾ ਸੀ undergraduate and postgraduate students some of the students were older than me ਜੇ ਮਾਸਟਰਸ ਡਿਗਰੀ ਵਾਲੇ ਸੀਗੇ I was quite young and ਇਹ ਜਿਹੜਾ ਟ੍ਰਾਂਜੀਸ਼ਨ ਫਿਰ ਜਦੋਂ ਮੈਂ ਫਾਈਨੈਂਸ਼ੀਅਲ ਸਰਵਿਸਿਜ਼ ਜਦੋਂ ਜੁਆਇਨ ਕੀਤੀ ਸੋ it's a very similar you advise people about their finances about their risk management money management ਜਿਹੜੇ ਅਸੀਂ ਉਹ ਹੈਗੇ so it fits in very well ਤੁਸੀਂ ਡਿਗਰੀਜ਼ ਦੀ ਗੱਲ ਕੀਤੀ ਸੀ ਕਿ ਡਿਗਰੀਜ਼ ਮੈਂ ਬਹੁਤ ਕੀਤੀਆਂ ਨੇ ਮੈਂ ਜਦੋਂ ਤੁਹਾਡਾ ਕਾਰਡ ਦੇਖਦੀ ਹਾਂ ਨਾ ਉਹਦੇ ਨਾਲ ਲਿਖਿਆ ਹੁੰਦਾ ਆ ਚਰਨਜੀਤ CJ ਸਿੱਧੂ ਤੇ CFP CLU CHFC CHS ਸੋ ਇਹ ਤਾਂ ਮੇਰੇ ਉੱਤੋਂ ਦੀ ਲੰਘ ਜਾਂਦਾ ਪਹਿਲਾਂ ਇਹ ਦੱਸੋ ਕਿ ਹੈ ਕੀ ਸੋ ਇਹ ਜਿਹੜੀਆਂ ਤਾਂ ਫਾਰਮਲ ਜਿਹੜੀ ਹੈਗੀ ਯਾਰ ਫਾਰਮਲ ਡਿਗਰੀਜ਼ ਤਾਂ ਇੰਡੀਆ ਚ ਬੈਚਲਰ ਆਫ ਕਾਮਰਸ ਮਾਸਟਰਸ ਆਫ ਕਾਮਰਸ ਐਂਡ ਦੈਨ ਆਈ ਵਾਸ ਡੂਇੰਗ PhD ਪਰ ਉਹ PhD ਮੈਂ ਕੰਪਲੀਟ ਨਹੀਂ ਕੀਤੀ ਬਿਕਾਜ਼ ਆਈ ਡਿਸਾਈਡਡ ਟੂ ਮੂਵ ਨਹੀਂ ਤਾਂ ਫਿਰ ਅਸੀਂ ਪ੍ਰੋਫੈਸਰ CJ ਸਿੱਧੂ ਦੀ ਜਗ੍ਹਾ ਤੇ ਡਾਕਟਰ CJ ਸਿੱਧੂ ਕਹਿਣਾ ਸੀ that's right so that's one of the regrets I might I'm still young enough I might still do it but ਫਿਰ ਇੱਥੇ ਆ ਕੇ ਜਿਹੜੇ ਪ੍ਰੋਫੈਸ਼ਨ ਚ ਹੈ ਮੈਂ ਆਲਵੇਜ਼ ਜਦੋਂ ਕਈ ਵਾਰੀ ਯੰਗ ਪ੍ਰੋਫੈਸ਼ਨਲ ਜਿਹੜੇ ਸਾਡੀ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਆ ਜਦੋਂ ਉਹ ਪੁੱਛਦੇ ਆ ਤੇ ਉਹ ਐਡਵਾਈਸ ਲੈਂਦੇ ਆ ਮੈਂ ਕਿਹਾ ਜਿਹੜੀ ਵੀ ਇੰਡਸਟਰੀ ਜਾਣਾ ਨਾ ਉੱਥੇ ਇੰਨੀ ਤੁਸੀਂ ਕੁਆਲੀਫਿਕੇਸ਼ਨ ਕਰ ਲਓ ਤਾਂ ਕਿ ਯੂ dealing with people with a very informed and knowledge so ਇਹ ਜਿਹੜੇ ਟਾਈਟਲ ਹੈਗੇ CFP is certified financial planner title is worldwide recognized designation so it's a worldwide designation as in every country
have that, and with the same strict rules. Okay. And then our industry have chartered life underwriter, and then CHFC, chartered financial consultant. A designation in a retire karta, but they grandfathered for us. Oh, okay. And CH is certified health specialist. So pretty much insurance and financial planning industry ਦੇ ਵਿੱਚ the highest possible designation you can earn. There are a lot more, but these are one of the top ones. ਬਿਲਕੁਲ ਤੁਸੀਂ ਆਹ ਗੱਲ ਬਹੁਤ ਵਧੀਆ ਕਹੀ ਹੈ ਕਿ ਜੇ ਕੁਝ ਕਰਨਾ ਹੈ ਤਾਂ ਸਭ ਕੁਝ ਸਟੱਡੀ ਕਰਕੇ ਜਿੰਨੀਆਂ ਵੀ ਡਿਗਰੀਜ਼ ਹੈਗੀਆਂ ਉਹ ਪੜ੍ਹ ਕੇ, ਤਾਂ ਕਿ ਜੇ ਤੁਹਾਨੂੰ ਕਿਸੇ ਵੀ ਚੀਜ਼ ਦਾ ਇਹ ਨਾ ਹੋਵੇ ਕਿ ਇਹ ਤਾਂ ਮੈਨੂੰ ਪਤਾ ਹੀ ਨਹੀਂ, ਇਹ ਤਾਂ ਮੈਂ ਪੜ੍ਹੇ ਹੀ ਨਹੀਂ ਜਾਂ ਇਹਦੀ ਤਾਂ ਮੈਨੂੰ ਨੌਲੇਜ ਹੀ ਹੈ ਨਹੀਂ, ਕਿਉਂਕਿ ਹੁਣ ਅੱਜ ਕੱਲ੍ਹ ਬਹੁਤ ਜ਼ਿਆਦਾ ਕੰਪੀਟੀਸ਼ਨ ਵੀ ਵੱਧ ਗਿਆ, ਮਾਰਕੀਟ ਵੀ ਬਹੁਤ ਵੱਡੀ ਹੋ ਗਈ ਹੈ। ਕਿਉਂਕਿ ਪਹਿਲਾਂ ਜਦੋਂ ਤੁਸੀਂ ਸਟਾਰਟ ਕੀਤਾ ਹੋਣਾ ਮੈਨੂੰ ਲੱਗਦਾ ਉਦੋਂ ਇੰਨਾ ਜ਼ਿਆਦਾ ਨਹੀਂ, ਇੰਨਾ ਫਾਈਨੈਂਸ਼ੀਅਲ ਹੋਣੇ ਜਾਂ ਇੰਨਾ ਜ਼ਿਆਦਾ ਕੰਪੀਟੀਸ਼ਨ ਨਹੀਂ ਹੋਣਾ। ਤੁਸੀਂ ਕੀ ਦੇਖਦੇ ਹੋ ਕਿ 31 ਸਾਲਾਂ ਦੇ ਵਿੱਚ ਹੁਣ ਤੱਕ ਕਿੰਨਾ ਕੰਪੀਟੀਸ਼ਨ ਵਧਿਆ? It's not only competition, it's the information ਜਿਹੜੀ ਹੈਗੀ ਹੈ, ਕਿਉਂਕਿ ਉਹਨਾਂ ਟਾਈਮਾਂ 'ਚ ਤੁਸੀਂ ਸਾਡੀ ਇੰਡਸਟਰੀ ਜਿਹੜੇ ਪੀਪਲ ਸੀ ਨਾ, ਪਹਿਲਾਂ ਤੁਸੀਂ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਨੂੰ ਤੁਸੀਂ ਅਪਰੋਚ ਕਰਕੇ ਤੇ ਪਾਲਿਸੀਜ਼ ਵਗੈਰਾ ਸੈਲ ਕਰਦੇ ਸੀ। And there were no many companies at that time, right? They always had a lot of companies, you know, over 100 companies always, and they are actually now reducing it. Oh, okay. Before it was more, but now these big companies are taking over those companies, so they don't go out of business. So ਉਸ ਤੋਂ ਬਾਅਦ ਅਰਸ਼ ਕੀ ਹੋਇਆ, the young people like you, they are very highly educated, even they came from India or from here. So ਇੱਥੇ ਜਿਹੜੇ ਆਪਣੇ kids ਆਪਣੇ ਪੜ੍ਹੇ ਲਿਖੇ ਹੈਗੇ ਆ, so you have to be very qualified because they ask very smart questions, and I deal with a lot of ਆਪਣੇ young professionals. So ਮੈਨੂੰ ਇਹ ਜਿਹੜਾ ਹੈਗਾ 31 ਸਾਲ ਦਾ ਜਿਹੜਾ ਸਫ਼ਰਨਾਮਾ ਹੈ, ਇਹਦੇ ਜਿਹੜੀ ਮੇਰੀ ਕੁਆਲੀਫਿਕੇਸ਼ਨ ਤੇ ਜਿਹੜੀ ਐਜੂਕੇਸ਼ਨ ਹੈ helped me a lot, and the reason being, I tell you, the key is people's hard earned money. ਬਹੁਤ ਮਿਹਨਤ ਕਰਕੇ ਲੋਕੀ ਪੈਸੇ ਬਣਾਉਂਦੇ ਆ, and how you manage that money, how you provide them protection, you know, life insurance, critical illness, disability insurance, all are very serious. And the most difficult times, ਜਦੋਂ ਕੋਈ family member ਦੀ death ਹੋ ਜਾਂਦੀ ਹੈ, and you know, other people might go with the bill, they owe money, we go with the check. And same thing with the disability or critical illness, and then retirement planning, RRSPs, TFSA, education plan for children. So it's a very, very unique industry, and you need to have credentials and education to advise people. ਬਿਲਕੁਲ, ਕਿਉਂਕਿ ਜਦੋਂ ਕਿਸੇ ਦੀ ਮਨੀ ਦੇ ਨਾਲ ਤੁਸੀਂ ਡੀਲ ਕਰ ਰਹੇ ਹੋ, ਕਿਸੇ ਦੇ ਫਿਊਚਰ ਦੇ ਨਾਲ ਡੀਲ ਕਰ ਰਹੇ ਹੋ, ਰਿਟਾਇਰਮੈਂਟ ਦੇ ਨਾਲ ਡੀਲ ਕਰ ਰਹੇ ਹੋ, ਈਵਨ ਆਫਟਰ ਡੈਥ, ਕਿਉਂਕਿ ਇਹ ਸਭ ਤੋਂ ਜ਼ਿਆਦਾ ਇਮੋਸ਼ਨਲ ਚੀਜ਼ਾਂ ਹੈਗੀਆਂ ਨੇ। ਇਹ ਹੈ ਕਿ ਤੁਸੀਂ ਨਾਲ ਨਾਲ ਉਹਨਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਵੀ ਕਰਦੇ ਹੋ, ਨਾਲ ਨਾਲ ਇਮੋਸ਼ਨਲ ਟੱਚਸ ਵੀ ਜੁੜੇ ਹੋਏ ਨੇ। ਸੋ ਕਿਉਂਕਿ ਜੇ ਕੋਈ ਇਨਸਾਨ ਰੱਬ ਨਾ ਕਰੇ ਕਿ ਉਹਨੇ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਪੈਸੇ ਦੇਣੇ, ਚਲੋ ਇਹ ਤੁਹਾਡਾ ਕੰਮ ਹੈਗਾ, ਪਰ ਫਿਰ ਵੀ ਐਜ਼ ਅ ਬੈਕਬੋਨ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਆਲ ਦ ਟਾਈਮ, ਕਿ ਜੇ ਬਾਅਦ ਵਿੱਚ ਵੀ ਲੋੜ ਹੈਗੀ ਹੈ ਤਾਂ ਆਲ ਦ ਟਾਈਮ ਤੁਹਾਡੀ ਮਨੀ ਹੈ, ਚੰਗੀ ਤੁਸੀਂ ਸਲਾਹ ਦਿੱਤੀ ਹੋਈ ਹੈ, ਕਿਉਂਕਿ ਜਿਹੜੀ ਸਲਾਹ ਇਨੀਸ਼ੀਅਲ ਟਾਈਮ ਦੇ ਉੱਤੇ ਦਿੱਤੀ ਹੈ ਉਹੀ ਬਾਅਦ ਦੇ ਵਿੱਚ ਕੰਮ ਆਉਣੀ ਹੈ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਕਿਸੇ ਨੂੰ ਸਲਾਹ ਦੇਣੀ ਜਾਂ ਇਹ ਇਦਾਂ ਦੀ ਫਾਈਨੈਂਸ਼ੀਅਲ ਸਰਵਿਸਿਜ਼ ਦੇਣੀਆਂ ਕਿੰਨੀਆਂ ਕਿ ਇੰਪੋਰਟੈਂਟ ਹੈਗੀਆਂ ਨੇ? ਉਹ ਇਟਸ ਵੈਰੀ ਇੰਪੋਰਟੈਂਟ। ਜਿਵੇਂ ਤੁਸੀਂ ਕਿਹਾ, ਪਹਿਲਾਂ ਤਾਂ ਤੁਸੀਂ ਜਦੋਂ ਤੁਸੀਂ ਕੋਈ ਪ੍ਰੋਡਕਟ ਸੈਲ ਕਰਦੇ ਆ ਨਾ, ਆਬਵੀਅਸਲੀ ਯੂ ਮੇਕ ਕਮਿਸ਼ਨ ਔਰ ਮੇਕ ਮਨੀ, ਪਰ ਜਿਹੜਾ ਐਡਵਾਈਸ ਪਾਰਟ ਹੈ, and when these kind of things, very difficult things happen, and I because being a senior advisor, I deal with that all the time. You're not only as a financial planner delivering a check or that, but you almost become a counselor for them. You talk with them, you cry with them, you laugh with them, you know, and then not only you take care of them, because the good feeling you go with that, oh, I did something right. The family is together. She don't have to sell a house or a car, and she can raise kids, put them to the school. It's a very, very serious industry ਹੈਗੀ ਹੈ। ਤੇ ਉਦੋਂ ਜਦੋਂ ਡਿਲੀਵਰੀ ਦੇ ਟਾਈਮ ਹੁੰਦਾ ਹੈ, that's the most important and crucial time. ਜਦੋਂ ਮੇਰਾ ਕੋਈ claim ਆ ਜਾਂਦਾ, I put every other file on the side, and that takes the full focus. And sometimes if people complete the paperwork, the claims are done within 2 weeks. Wow. Yeah.
ਸੋ ਇਹ ਕਿੰਨਾ ਕੁ ਇੰਪੋਰਟੈਂਟ ਹੈਗਾ ਹੈ ਕਿ ਅਸੀਂ ਵਧੀਆ ਕੰਪਨੀ ਦੇ ਨਾਲ ਤੇ ਵਧੀਆ ਐਡਵਾਈਜ਼ਰ ਦੇ ਨਾਲ ਜੁੜੀਏ ਫਰਮ ਦ ਇਨੀਸ਼ੀਅਲ ਸਟੇਜ, ਕਿਉਂਕਿ ਜਦੋਂ ਅਸੀਂ ਨਵੇਂ ਆਏ ਆ, ਚਾਹੇ ਅਸੀਂ ਇੰਡੀਆ ਤੋਂ ਆਏ ਆ ਜਾਂ ਕਿਸੇ ਹੋਰ ਕੰਟਰੀ ਤੋਂ ਆਏ ਆ, ਸਾਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਿਹੜੇ ਪਲਾਨ ਲੈ ਸਕਦੇ ਹਾਂ, ਅਸੀਂ ਕਿਹੜੀਆਂ ਕੰਪਨੀਆਂ ਦੇ ਨਾਲ ਡੀਲ ਕਰ ਸਕਦੇ ਹਾਂ, ਅਸੀਂ ਕਿਹੜੇ ਐਡਵਾਈਜ਼ਰ ਕੋਲ ਜਾ ਸਕਦੇ ਹਾਂ, ਕਿਉਂਕਿ ਸਮਟਾਈਮਸ देयर आर नॉट गुड एडवाइजर इन द मार्केट. सो एडवाइजर गुड कोल होना कितना इंपॉर्टेंट है? That's another good question, Arsh. ਸਭ ਤੋਂ ਪਹਿਲਾਂ the company ਤੁਸੀਂ ਕਿਹਾ Sun Life I represent for 31 years. Not very many people can say that. With one company for 31 years, 10 years in management. I will address that too when you ask me a question. So management allowed me both side of the fence, lot of experience. I get a lot of my credentials done, the designations. And so Sun Life started in 1865. Wow. This is a Canadian powerhouse. It's a 2 year older than Canadian Federation. Wow. So it's a huge 156 years in the business. Its assets under management worldwide over $1 trillion and 125 billion ਜਿਹੜੇ ਇਹ money manage ਕਰਦੇ, but it's a powerhouse not only in Canada but worldwide. We are in India with Birla, we're in China, we're in Philippines, Bermuda, England, USA. So it's an international company but headquarters in Canada. So ਇਹ ਬਹੁਤ ਮਤਲਬ ਇੱਕ ਮਾਣ ਦੀ ਤਾਂ ਇਹ ਗੱਲ ਹੈ. And this company is one of the top notch brand by independent companies, well recognized brand, and the most prestigious company in risk management and in a insurance side. So it's a Canadian powerhouse. And ਜਿਹੜੀ ਦੂਜੀ ਤੁਸੀਂ ਗੱਲ ਕਹੀ ਇਸ ਦੇ ਨਾਲ ਜਦੋਂ ਤੁਹਾਡੇ longevity ਦੀ ਗੱਲ ਕਰਦੇ ਆ ਵੀ company ਫਿਰ ਤੁਹਾਡੀ education and then you deal with your clients. You have that credibility that you are very consistent and you deal with your clients, and that's why I said third generation. Nice. You know, and sometimes my client is not even a 1 year old. Wow. Yeah, because when they're born, they right away come to me, set up their RESP, and then, you know, and I grow with them. Yes. And I seen them, you know, very simple, average people. Now they're multi-millionaires. Wow. Yeah. So Sun Life Insurance ਦੇ ਨਾਲ ਤੁਸੀਂ ਕਿੱਦਾਂ ਕਨੈਕਟ ਕੀਤਾ 31 years ago? ਕਿ ਬਹੁਤ ਸਾਰੀਆਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੰਪਨੀਆਂ ਹੈਗੀਆਂ ਨੇ, there are many ways to go ਕਿ ਮੈਂ Sun Life ਕੋਲ ਜਾ ਸਕਦਾ ਜਾਂ ਮੈਂ ਹੋਰ ਕੰਪਨੀਆਂ ਦੇ ਕੋਲ ਜਾਣਾ. Why you choose Sun Life? That's very good question. So ਜਦੋਂ ਮੈਂ ਕੈਲਗਰੀ ਤੋਂ ਮੈਂ ਆਪਦੀ ਡਿਗਰੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਫਿਨਿਸ਼ ਕਰਕੇ, actually the last semester was in Phoenix, Arizona. Okay. So after finishing that, and ਮੈਂ ਜਦੋਂ ਇੱਥੇ ਬ੍ਰਿਟਿਸ਼ ਕੋਲੰਬੀਆ 'ਚ ਹੋਇਆ, so I was looking for middle management jobs. So you know, you go by, you know, you try, you apply to bunch of companies, and then somebody referred me to Sun Life. Okay. And it happened to be a Sun Life advisor, and so I went to see one of my managers, become my mentor. He's retired now, and so he recruited me. So my start date was May 1st, 1990, and I told him, I said, you know, I never have a sales experience. I was a professor lecturer, they call it in India, and they said, don't worry, if you want to be in a management, you will be in a management. So after about 2-3 years, they said, that's the process. You have to start. At that time, they used to call it an agent. Now they call it advisor. So started as a sales agent and slowly move into different position, advanced sales correspondent because of my education, like more complex cases I deal with. And then with my credentials, I become the sales manager, producer development managers, agency supervisors. So worked through roughly about 10 years in a management, and then I started my own practice. So it was all step by step. So started from scratch. Now you have your own practice. ਨਾਲੇ ਹੁਣ ਜਦੋਂ ਪ੍ਰੈਕਟਿਸ ਦੀ ਗੱਲ ਆਉਂਦੀ ਹੈ, ਨਾਲੇ Sun Life Insurance ਦੇ ਨਾਲ ਤੁਸੀਂ ਕੰਮ ਕਰਦੇ ਹੈਗੇ ਹੋ, ਸੀਨੀਅਰ ਐਡਵਾਈਜ਼ਰ ਵੀ ਬਣ ਗਏ ਹੋ, ਤੇ ਨਾਲੇ ਤੁਸੀਂ ਮੈਂਸ਼ਨ ਕੀਤਾ ਕਿ ਥਰਡ ਜਨਰੇਸ਼ਨ ਨਾਲ ਡੀਲ ਕਰਦੇ ਹੋ. ਸੋ ਕਿਸੇ ਦੇ ਫਾਦਰ, ਗ੍ਰੈਂਡਫਾਦਰ, ਫਾਦਰ ਐਂਡ ਦੈਨ ਅ ਨਿਊ ਬੋਰਨ ਚਾਈਲਡ, ਉਹ ਸਾਰੇ ਇੰਸ਼ੋਰੈਂਸ ਤੁਹਾਡੇ ਕੋਲ ਲੈ ਕੇ ਆਉਂਦੇ ਆ. ਸੋ ਕਿਸ ਤਰ੍ਹਾਂ ਲੱਗਦਾ ਜਦੋਂ ਟਰਸਟ ਇੱਕ ਬਿਲਡ ਹੁੰਦਾ? Oh, it's unbelievable. You know, it's just, I tell you, the trust level when the next generation comes. That part is, they don't ask about the company, they don't ask about me or my credentials. You know, how many letters you have. That's actually important, but it's not important to a client. To them, because they have experience with you before, right? Yeah, and plus, you know, how good the job you are doing.
You know, some these alphabet soup, you know, like you said, you don't even know. Most people don't know what they stand for. ਉਹਨਾਂ ਨੂੰ ਇਹ ਹੈ ਵੀ how much you care about people. So ਉਹ ਜਿਹੜੀ generational ਜਿਹੜੀ transition ਹੈਗੀ ਹੈ, from you deal with them and they don't need to do much homework, and that actually Arsh put a lot of onus They on just me. come and they said, okay, Yeah. CJ, that's a newborn child, do whatever you want. So with that, it's not that easy anymore because of the complexity of the products now. So we do a proper fact finding. When I meet you or meet a new client, I need to know, Ji. you know, what they do, what is their occupation, how much money they make, and you know, what assets they have, what liabilities, and the product have to match their affordability. ਇਹ ਨਹੀਂ ਹੈਗਾ ਵੀ ਮਤਲਬ everybody is different. Somebody is a new Canadian, some are very well established, and some are well off people. Obviously ਜਿਹੜੀਆਂ ਨੀਡਸ ਹੈਗੀਆਂ ਉਹਨਾਂ ਦੀ ਰਿਕੁਆਇਰਮੈਂਟਸ ਹੈਗੀਆਂ ਉਹ ਤਾਂ ਤੁਹਾਨੂੰ ਮੀਟ ਕਰਨੀਆਂ ਹੀ ਪੈਂਦੀਆਂ, ਹਾਊ ਮਚ ਬਜਟ ਦੇ ਹੈਵ, ਕਿੰਨਾ ਅਫੋਰਡ ਕਰ ਸਕਦੇ ਆ। ਸੋ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਹੀ ਤੁਸੀਂ ਕੋਈ ਪਲਾਨ ਉਹਨਾਂ ਦੇ ਵਾਸਤੇ ਜਿਹੜਾ ਲਿਆ ਸਕਦੇ ਹੋ। ਸਮਟਾਈਮਸ देयर आर ਕੰਪਲੈਕਸ ਪਲਾਨਸ ਕਿ ਮਲਟੀਪਲ ਕੰਪਨੀਆਂ ਦੇ ਨਾਲ ਹੈ, ਜਾਂ ਕਿ ਜਿਸ ਤਰ੍ਹਾਂ ਵੀ ਤੁਸੀਂ ਪਲਾਨ ਨੂੰ ਕਰਦੇ ਹੋ, ਕਈ ਵਾਰ ਉਹ ਇੱਕ ਪਲਾਨ ਦੇ ਵਿੱਚ ਹੀ ਇੱਕ ਦੋ ਤਿੰਨ ਚੀਜ਼ਾਂ ਕਵਰ ਹੋ ਜਾਂਦੀਆਂ, ਸਮਟਾਈਮਸ ਇੱਕ ਕਵਰ ਹੁੰਦੀ ਹੈ। ਸੋ ਬਹੁਤ ਇਹ ਜ਼ਰੂਰਤ ਹੈ ਕਿ ਇਹ ਤੁਸੀਂ ਸਮਝਾਓ ਕਲਾਇੰਟ ਨੂੰ ਕਿ ਇਹ ਚੀਜ਼ ਤੁਹਾਡੇ ਲਈ ਬੈਨੀਫੀਸ਼ੀਅਲ ਹੈਗੀ ਹੈ, ਇਹ ਨਹੀਂ ਹੈਗੀ। ਸੋ ਐਕਸਪੀਰੀਅੰਸ ਦੇ ਨਾਲ ਵੀ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ। ਤੇ ਦੂਜੀ ਗੱਲ ਤੁਸੀਂ ਸੈਟਿਸਫੈਕਸ਼ਨ ਦੀ ਗੱਲ ਕੀਤੀ ਹੈ ਕਿ ਕਸਟਮਰ ਦੀ ਜਿਹੜੀ ਸੈਟਿਸਫੈਕਸ਼ਨ ਹੈਗੀ ਉਹ ਜ਼ਰੂਰੀ ਹੈ। ਕੋਈ ਸਾਨੂੰ ਰੀਅਲ ਲਾਈਫ ਐਗਜ਼ਾਮਪਲ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਡੀਲ ਕੀਤਾ ਕਿਸੇ ਸਿਚੁਏਸ਼ਨ ਨੂੰ ਜਿਹੜੀ ਹੁਣ ਤੱਕ ਯਾਦ ਹੈ। That's a very good question. I was even not prepared, but I have a lot of examples like that. So I remember when I started with Sun Life, and one of my early clients, and it came through a referral. I actually over 90% always my clients were through referral. Okay. I cold calls and phone and stuff. It doesn't work. Still new people have to try that, but it's very difficult. And so that client I can't disclose because of the privacy rules. It took me for 100,000 policy 3 visits. I have to take my manager one time, and he was a very intelligent, educated person to sell that policy. The same client, and a premium at that time probably will be around $100 at that time, and now in over almost 30 years, I sold millions of insurance. They started a business. Both partners are client of mine. The business employee benefits with me. Their children now taking over the business, succession planning. So they got millions of policies. So if you think about it, starting with that journey with that client and taking all the way. So I take care of their retirement planning, their employee benefits. I take care of them, their own partners plan, and corporate owned stuff, do a very technical stuff. So this is if I couldn't service them, and if they couldn't have happy with me, ਜਦੋਂ ਪਹਿਲੀ policy ਕੀਤੀ ਸੀ, I couldn't have that journey with the client. Yes. So it's a very service oriented kind of business. ਜਿਵੇਂ ਆਪਣੇ ਬਾਬਾ ਨਾਨਕ ਕਹਿ ਕੇ ਇਹ ਸੇਵਾ ਜਿਹੜੀ ਹੈਗੀ ਹੈ, it's even you make a money, but ਸੇਵਾ people come back to you tenfold. ਜੀ ਬਿਲਕੁਲ, ਜੇ ਤੁਸੀਂ ਇੱਕ ਕਦਮ ਕਿਸੇ ਦੇ ਅੱਗੇ ਵਧਾਉਂਦੇ ਆ ਤਾਂ ਅਗਲਾ 10 ਕਦਮ ਤੁਹਾਡੇ ਤੱਕ ਚੱਲ ਕੇ ਆਉਂਦਾ ਹੈ। ਬਿਲਕੁਲ ਇਹ ਟਰੂ ਗੱਲ ਹੈਗੀ ਹੈ ਕਿ ਤੁਹਾਨੂੰ ਜਿਹੜਾ ਹੈ ਉਹ ਵਧੀਆ ਜਦੋਂ ਤੁਸੀਂ ਕਸਟਮ ਸਰਵਿਸ ਦਿੰਦੇ ਆ ਤਾਂ ਟਰਸਟ ਜਿਹੜਾ ਆਲਵੇਜ਼ ਜਿਹੜਾ ਬਿਲਡ ਹੋ ਜਾਂਦਾ। ਹੁਣ ਤੁਸੀਂ ਜਦੋਂ ਗੱਲ ਕਰਦੇ ਆ ਕਿ ਪ੍ਰੋਫੈਸਰ ਰਾਜਸਥਾਨ ਦੇ ਵਿੱਚ, ਇੱਕ ਪ੍ਰੋਫੈਸਰ, ਇੱਕ ਯੰਗ ਪ੍ਰੋਫੈਸਰ, ਫਿਰ ਕੈਨੇਡਾ ਦੇ ਵਿੱਚ ਆਉਣਾ, ਜਰਨੀ ਆਉਣੀ, ਸੋ ਉਸ ਤੋਂ ਬਾਅਦ ਉਹ ਜਦੋਂ ਪਿੱਛੇ ਦੇਖਦੇ ਆ ਕਿ ਰਾਜਸਥਾਨ ਦੇ ਵਿੱਚ ਉਹ CJ ਚਰਨਜੀਤ, ਉਹ ਕਿਸ ਤਰ੍ਹਾਂ ਫੀਲ ਹੁੰਦਾ ਕਿ ਉਦੋਂ ਮੈਂ ਸਕੂਲ ਦੇ ਵਿੱਚ ਸੀ ਜਾਂ ਕਾਲਜ ਦੇ ਵਿੱਚ ਸੀ, ਹੁਣ ਕੈਨੇਡਾ ਦੇ ਵਿੱਚ। ਸੋ ਉਹ ਜਰਨੀ ਦੱਸੋ ਜਿਹੜੀ ਬੈਕ ਹੋਮ ਤੋਂ ਇੱਥੋਂ ਤੱਕ ਦੀ ਸੀ। It's a very interesting journey because ਉਦੋਂ ਮੈਂ ਜਦੋਂ ਆਪਣੇ ਲੈਕਚਰਰ ਬਣਿਆ, and you know, the same private college I used to go to, it's a DAV organization, but in India they got MD college, Maharishi Dayanand College, but same organization as a DAV. And so after my master's degree, on a merit basis, I selected in that private college. Same time I got offer from the government colleges. So I have too many friends at that time. I was young. I was only 22-year-old when I started that. And then I joined the government colleges of Rajasthan. And then, you know,
step by step start doing my, working on my PhD, and so it was quite accomplishment being a 22-year, becoming a lecturer in a government college, very well paid, very well respected job. And then opportunity came. I tell you the next question, probably how you ended up in Canada. So I was involved from day one. Like in your editorial, you mentioned that my community involvement not started here. It started from India. So I was involved in our association, Rajasthan University and College Teachers Association. It's a ROCTA for small. I was a secretary for whole Rajasthan at a very young age. And then our All India Federation, I had involvement with them as well. All India Federation of University and College Teachers Association, called AI Facto. So their delegation was coming to Soviet Union and GDR at the time. Okay. German Democratic Republic. Now it's one Germany. It used to be two Germany. So that Eastern, communist bloc. So their teachers organizations invited a delegation from lecturers and professors from India. So I was a part of a delegate from Rajasthan. And once our delegation went back, I came to England. Then my brother was in Calgary, came to Canada. Oh, okay. The rest is a history. My brother got a word. He said, "You like Canada?" I said, "I like Canada." He got the word out and arranged marriage. You met my wife, so married for 35 years. Wow. Will be 36 years this year. So it was quite an interesting journey. Very, very lucky and blessed. ਬਿਲਕੁਲ ਤੁਸੀਂ ਵਾਈਫ ਦੀ ਗੱਲ ਕੀਤੀ, ਮਿਸਿਸ ਦੀ ਗੱਲ ਕੀਤੀ ਤੇ ਉਹ ਵੀ ਤੁਹਾਡੇ ਨਾਲ ਹੀ ਕੰਮ ਕਰਦੇ, ਇੱਕ ਆਫਿਸ ਸਪੇਸ ਸ਼ੇਅਰ ਕਰਦੇ ਹੈਗੇ ਹੋ। ਸੋ ਬੱਚੇ, 3 ਬੱਚੇ ਹੈਗੇ ਆ ਤੁਹਾਡੇ। ਸੋ ਉਹਨਾਂ ਸਾਰਿਆਂ ਦਾ ਸਾਥ ਕਿਸ ਤਰ੍ਹਾਂ ਰਿਹਾ ਜਦੋਂ ਤੁਸੀਂ ਹੋਸਟਿੰਗ ਵੀ ਕਰਦੇ ਹੋ, ਨਾਲ ਤੁਸੀਂ ਕਮਿਊਨਿਟੀ ਦੇ ਵਿੱਚ ਵੀ ਇਨਵੋਲਵ ਰਹਿੰਦੇ ਹੋ, ਬਿਜ਼ਨਸ ਵੀ ਆਪਣਾ ਐਸਟੈਬਲਿਸ਼ ਕਰਨਾ, ਬੱਚਿਆਂ ਦੀ ਵੀ ਟੇਕ ਕੇਅਰ ਕਰਨੀ। ਸੋ ਇਹ ਕਿਸ ਤਰ੍ਹਾਂ ਉਹਨਾਂ ਦੀ ਜਿਹੜਾ ਤੁਹਾਡਾ ਸਾਥ ਮਿਲਿਆ? Well, they always say that she was very supportive and always was my backbone because her family is here forever. Her grandfather came here in 1906, so the family is here pioneers, and so she was always supportive. Initially, you got, like any immigrant, you got disappointed. You had a good job, let's go back. And, I'm a lecturer there, and here's what I'm doing, majdooriyan. So, she stayed with me all along the way, every step of the way. And then she was not working with me to start with. She worked with TELUS. Okay. She worked before, when we got married, she was working with RCMP. Okay. Then Catholic Bishop in Calgary. Then with the TELUS for 20 years. And then, a time came that I needed a help. And the youngest, Nathan, was 13-year-old. So she is, believe it or not, she's already working with me as an admin person, as a compliance. She's running the whole office, I'm just a pretty face there. And for 11 years with me now. So the family support is a paramount. It's so important because you can't accomplish 3 good, very good, kind-hearted kids and a very supportive wife and the community on top of that. Very, very kind to me. I serve a community helped me a lot. ਬਿਲਕੁਲ ਕਮਿਊਨਿਟੀ ਦਾ ਸਾਥ, ਫੈਮਿਲੀ ਦਾ ਸਭ ਤੋਂ ਵੱਡਾ ਸਪੋਰਟ ਹੋਵੇ ਤਾਂ ਦੈਨ ਯੂ ਕੈਨ ਡੂ ਐਨੀਥਿੰਗ ਇਨ ਦ ਲਾਈਫ, ਹੈ ਨਾ। ਹੁਣ ਜਦੋਂ ਅਸੀਂ ਹੋਸਟਿੰਗ ਦੀ ਵੀ ਗੱਲ ਕਰ ਲਈਏ, ਹੋਸਟ ਪਹਿਲਾਂ ਤੁਸੀਂ ਹੋਰ ਥਾਂ ਤੇ ਹੋਸਟ ਕਰਦੇ, ਫਿਰ ਸਾਂਝਾ ਟੀਵੀ ਦੇ ਨਾਲ ਹੋਸਟਿੰਗ, ਹੁਣ ਸਾਂਝਾ ਟੀਵੀ ਦੇ ਥਰੂ ਅਸੀਂ ਸਾਰੇ ਜਾਣਦੇ ਹੈਗੇ ਆ, CJ ਸਿੱਧੂ ਸ਼ੋਅ ਵੀ ਅਸੀਂ ਦੇਖਦੇ ਹੁੰਦੇ ਆ, ਹਰ ਥਰਸਡੇ ਨੂੰ ਆਉਂਦਾ ਹੈ 7 ਵਜੇ ਤੋਂ 8 ਵਜੇ ਲੈ ਕੇ। ਸੋ ਹੋਸਟਿੰਗ ਜਿਵੇਂ ਤੁਸੀਂ ਕਿਹਾ ਕਾਲਜ ਤੋਂ ਹੈ, ਦੱਸਿਆ ਤੁਸੀਂ ਕਿ ਕਾਲਜ ਉੱਥੋਂ ਵੀ ਬੈਕ ਹੋਮ ਦੇ ਵਿੱਚੋਂ ਵੀ ਸਟਾਰਟ ਸੀਗਾ, ਪਰ ਇੱਥੇ ਆ ਕੇ ਨਾਲ career, ਨਾਲ family, ਨਾਲ hosting. Yes, I know. How's that? Yeah, media is always my passion. It's always my passion. It stayed with me. I started later high school, and then in the college years, my good friend, he passed away, published a paper in Shri Ganganagar. It's called Pratap Kesari now. His son runs the paper. So I started writing stories and my local news from my city, Shri Karanpur, and then the media
stayed with me, and when I become a lecturer, I did a postgraduate diploma in journalism from University of Rajasthan. So the education is always my DNA. So anyway, so after once I moved here, you know, in the old times when we moved to Lower Mainland in Surrey, very initial, there was not much media. We started a radio, and very, you know, bad reception and not a good quality, but it's like a media. So then from one to another, print media, writing and speaking. Public speaking is my passion anyways. I do a lot of master of ceremonies, weddings, function, political. That's why the politicians become very good friends. So I do a lot of master of ceremonies and conducted, you know, my friends have an organization in America, and Patala Medical Alumni Association. I do their conventions, MC. So it's that passion with the public speaking and media was always part of my DNA. I love it, and you know. We can see, we can see on TV. ਤੇ ਜਦੋਂ ਹੁਣ ਮੈਂ ਸ਼ੁਰੂਆਤ 'ਚ ਵੀ ਪੁੱਛਿਆ ਸੀਗਾ ਆ ਕੇ ਕਿਹੜੀ ਜੌਬ ਕੀਤੀ, ਜਿਵੇਂ ਤੁਸੀਂ ਕਿਹਾ ਕਿ ਮਜ਼ਦੂਰੀਆਂ ਕਰਨੀਆਂ ਪਈਆਂ, ਮਿਹਨਤ ਕਰਨੀ ਪਈ, ਸੋ ਬਹੁਤ ਸਾਰਿਆਂ ਨੇ ਡਿਫਰੈਂਟ ਜਗ੍ਹਾ ਦੇ ਉੱਤੇ ਵਰਕ ਕੀਤਾ, ਤੁਸੀਂ ਕਿਹੜਾ ਕੰਮ ਕੀਤਾ? ਸੋ ਮੈਂ ਜਦੋਂ ਕੈਲਗਰੀ ਪਹਿਲਾਂ ਆਇਆ, ਮੇਰਾ ਮਾਈ ਬ੍ਰਦਰ was a supervisor in a plastic molding company. ਉਦੋਂ ਕੈਸੇਟਸ ਬਣਦੀਆਂ ਹੁੰਦੀਆਂ ਸੀ, ਕੈਸੇਟਸ ਵਗੈਰਾ ਤੇ ਉਸ ਤਰ੍ਹਾਂ ਦੀ. So I worked there. I think I was paid $6 an hour at that time. Wow, that's so it was, you're talking about 35 years ago. And I worked there, then I joined a full-time school education to finish my degree in business administration. Drove taxi on the side as well. And once I finished my education, then I moved to Lower Mainland here. Same time when I, you know, moved end of 89 and started in the May of 1990 with Sun Life. So that's, I considered my real first job in Canada, and it was very rewarding. Very nice CJ. ਜਦੋਂ ਤੁਸੀਂ 31 years ਦੇ Sun Life ਦੇ ਨਾਲ ਗੱਲ ਸ਼ੇਅਰ ਕੀਤੀ, ਉਸ ਤੋਂ ਪਹਿਲਾਂ ਦੀਆਂ ਗੱਲਾਂ ਸ਼ੇਅਰ ਕੀਤੀਆਂ, ਹੋਰ ਵੀ ਬਹੁਤ ਸਾਰੇ ਜਿਹੜੇ ਕੁਐਸਚਨ ਸੀ ਉਹ ਦਿਮਾਗ 'ਚ ਆ ਰਹੇ ਸੀ ਕਿ ਹੋਰ ਗੱਲਾਂ ਪੁੱਛੀਆਂ ਜਾਣ, ਪਰ ਉਹ ਨੈਕਸਟ ਟਾਈਮ ਆਪਾਂ ਜ਼ਰੂਰ ਪੁੱਛਾਂਗੇ। ਪਰ 31 years with Sun Life, ਕੀ ਕਮੈਂਟ ਦੇਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਲਾਸਟ ਦੇ ਉੱਤੇ, ਕੀ ਮੈਸੇਜ ਹੈ? Well, the first thing is, I always said, you know, first of all, this is a profession, and you need to learn your profession really well. So that's why ਇਸ ਕਰਕੇ ਮੈਂ ਸਾਰੀ education ਜਿਹੜੀ complete ਕੀਤੀ, my formal education on top of that professional education, and then treat people well. ਉਹਨਾਂ ਨੂੰ ਮਤਲਬ the hard earned money, it's a very serious business, and as I mentioned before, so you treat that the way you want it to be treated. ਉਸ ਦੇ ਨਾਲ ਜਿਹੜਾ community ਆਪਾਂ ਨੂੰ ਬਹੁਤ ਕੁਝ ਦਿੰਦੀ ਹੈ, ਉਹਦੇ ਵਿੱਚ ਤੁਸੀਂ ਪਹਿਲਾਂ ਮੈਂ ਆਪਦੀ organization ਜਿਹੜੀ ਹੈਗੀ ਹੈ Financial Advisors Association of Canada Lower Mainland chapter, I served as a president twice. Wow. And you know, when I was a president, I hardly see ਆਪਣੇ South Asian advisors even attending the meetings. And I was the president. Wow. So that's made me sad at that times. Now it's changing with the young generation and stuff. So that's serving back because I got all the credentials. So ho gaya baki communities. I lived the longest time in Delta. I was in a Park and Rec Commission for 3 years. Wow. Provincial Health Authority, PHSA. I served as a board member for 6 years. Wow. So it's and in a small ways, some, you know, a lot of organizations here, they ask me to come and MC their, you know, programs, and I go there. Munde Kudi di Lodi Lalo, ya apne. There is Golden Girls. There are the apne Cancer Association. I don't know the exact names, but any time they invite me to do MC their program, without any gain or without any money, try to help. So in a closing, I will say that serve the community, do your job best of your ability, take care of people, and then you don't have to look back. And one more thing, ਜਿਹੜੇ ਨਵੇਂ ਇੰਸ਼ੋਰੈਂਸ ਵਿੱਚ ਜੁਆਇਨ ਕਰਨਾ ਚਾਹੁੰਦੇ ਆ, Sun Life ਨੂੰ ਜੁਆਇਨ ਕਰਨਾ ਚਾਹੁੰਦੇ ਆ, ਉਹਨਾਂ ਦੇ ਲਈ ਕੀ ਮੈਸੇਜ ਹੈ? ਉਹਨਾਂ ਦੇ always, you not necessarily Sun Life, any ਵੀ ਤੁਸੀਂ ਇੰਸ਼ੋਰੈਂਸ ਇੰਡਸਟਰੀ ਚਾਹੁੰਦੇ ਨੇ, the one little bit of sad part that bothers me, ਜਦੋਂ ਰਿਕਰੂਟਿੰਗ ਦੇ ਵਿੱਚ ਸਬਜਬਾਗ ਬਹੁਤ ਦਿਖਾਉਂਦੇ ਲੋਕਾਂ ਨੂੰ, ਜੀ and there is no shortcut in life, there is no easy way. It's a very good industry. They're welcome to come see me.
It doesn't matter they're going XYZ company, whatever. Sun Life, I can even more actively can give them advice. But other organization, I know that because I was a president of our association. I know very well brokerage industry as well. All companies that we're lucky that the companies in Canada are all good. Very solid, strong companies. And so that's a good news. But when you make a career choice, there is no shortcuts. There is no quick money. You have to pay the dues. I know some organizations say, oh, 6-figure income. And then people get frustrated with that. And when they recruit, they show all the subjects. So do your homework, and then they leave them alone. And if you don't do a proper training, proper education, and then what you will do, like I did, or other people will do, go to friends and relatives, you written the policies. By the time they leave the organization, because drop rate is pretty close to 50% in 3 years, people leave this industry. It's a difficult industry. But ਉਸ ਦੌਰਾਨ ਤੁਸੀਂ ਜਦੋਂ ਜਾਂਦੇ ਆ, and it gives a bad name to the industry, and you are not giving a proper advice to your own family, friends and stuff. So that's why I tell people, ਜਿਹੜੇ ਮੇਰੇ show ਦੇਖ ਰਹੇ, you make sure go to a qualified advisor, look at their background, and I'm not discouraging any new advisors, but you look at their credentials. ਉਹਨਾਂ ਨੇ ਕੋਈ education ਕੀਤੀ ਹੈ, ਉਹਨਾਂ ਦੀ background ਕੀ ਹੈ. ਇਹ ਨਾ ਹੋਵੇ ਕਿ ਤੁਸੀਂ ਕੋਈ plan ਲੈ ਲਓ and then it's too late. And the people enticed by high cash values in insurance policy. ਇਸ ਜਿਹੜੀ ਇੰਡਸਟਰੀ ਹੈਗੀ, ਕੋਈ ਮਰਜ਼ੀ ਜਿੰਨਾ ਗੁੜ ਪਾਉਣਾ ਨਾ ਉਨਾ ਹੀ ਮਿੱਠਾ ਹੋਣਾ. If you think that you can get a $500,000 after 20 years, but you're paying $100 a month, it's not going to work. So do your due diligence. It's a good industry. If you want to come, my numbers are all public information, and you can go, my website is cjfinancial.ca, and you can Google me, CJ Sidhu. My number is very easy, number 604-789-1555, 604-789-1555. ਤੁਸੀਂ ਮੈਨੂੰ contact ਕਰ ਸਕਦੇ ਆ ਮੇਰੀ website ਤੇ ਪਹਿਲਾਂ ਮੇਰੇ credential ਦੇਖ ਕੇ, then you can contact our office at cjfinancial.ca. And so do your due diligence, and anybody want to, I always, people come see me and ask my advice. I don't, if they want to come to Sun Life or any other company, that's fine. But as long as they do due diligence and they're coming in the industry for a right reason. It's not an overnight success. If you're lucky, all the power to you, but it very rarely happen. You have to pay your dues. Thank you so much, and once again congratulations. ਮੈਂ ਕਹਿੰਦੀ ਹਾਂ ਕਿ ਹੋਰ ਅਗਲੇ ਸਾਲ ਫਿਰ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਹੋਏਗੀ, ਹੋਰ ਸਾਲਾਂ ਤੱਕ ਤੁਸੀਂ ਇਸ ਤਰ੍ਹਾਂ ਹੀ ਤਰੱਕੀਆਂ ਕਰਦੇ ਰਹੋ. Good luck, best wishes. Thank you Harsh. ਬਿਲਕੁਲ ਸੀਜੇ ਦੇ ਨਾਲ ਗੱਲ ਹੋਈ. ਸੀਜੇ ਸਿੱਧੂ ਤੁਸੀਂ ਸਾਰੇ ਜਾਣਦੇ ਹੈਗੇ ਹੋ, ਤੁਸੀਂ ਉਹਨਾਂ ਦਾ ਸ਼ੋਅ ਵੀ ਦੇਖਦੇ ਹੈਗੇ ਹੋ, ਉਹਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ, ਤੇ ਨਾਲ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਐਡਵਾਈਜ਼ਰ ਹੈਗੇ ਨੇ, ਉਹਨਾਂ ਦੀ ਕੰਪਨੀ ਹੈਗੀ ਨੇ. ਜੇ ਤੁਸੀਂ ਉਹਨਾਂ ਤੱਕ ਅਪਰੋਚ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਅਪਰੋਚ ਕਰ ਸਕਦੇ ਆ. ਉਹਨਾਂ ਨੇ ਤੁਹਾਨੂੰ ਆਪਣਾ ਨੰਬਰ ਵੀ ਦੱਸਿਆ ਹੈ, 604-789-1555. ਕਾਲ ਕਰ ਸਕਦੇ ਹੋ, ਤੇ ਇਹਨਾਂ ਦਾ ਆਫਿਸ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਹੈ, 8138 128 ਸਟਰੀਟ. ਸੋ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਫੋਨ ਕਰ ਸਕਦੇ ਹੋ, ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ, ਤੇ ਇਹਨਾਂ ਤੋਂ ਕੋਈ ਵੀ ਸਲਾਹ ਲੈਣੀ ਆ, ਕੋਈ ਵੀ ਪਲਾਨ ਬਾਏ ਕਰਨਾ ਆ, ਜਾਂ ਤੁਸੀਂ ਨਵੀਂ ਇੰਸ਼ੋਰੈਂਸ ਖਰੀਦ ਰਹੇ ਹੋ, ਤਾਂ ਤੁਸੀਂ ਜ਼ਰੂਰ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ. ਤੁਹਾਡੇ ਨਾਲ ਇਸ ਤਰ੍ਹਾਂ ਹੀ ਗੱਲਬਾਤ ਹੁੰਦੀ ਰਹੇਗੀ. ਦੇਖਦੇ ਰਹੋ ਸਾਂਝਾ ਟੀਵੀ ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ. ਸਤਿ ਸ਼੍ਰੀ ਅਕਾਲ.